ਬਿਸਮਿਲ੍ਲਾਹਿਰਰਹਿਮਾਨਿਰਰਹੀਮ। ਜੋਬ ਕਰੀਬ ਜ਼ਾਇਫ ਦੇ ਮੌਜ਼ਜ਼ ਨਾਜ਼ਰੀਨ, अस्सलाम वालेकुम। उम्मीद करती ਹਾਂ ਤੁਸੀਂ ਸਾਰੇ ਠੀਕ ਠਾਕ ਹੋਗੇ ਤੇ ਅੱਲਾਹ ਪਾਕ ਸਭ ਨੂੰ ਖੁਸ਼ ਰੱਖੇ, ਆਬਾਦ ਰੱਖੇ ਤੇ ਅੱਲਾਹ ਪਾਕ ਸਭ ਦੇ ਮਾਂ ਬਾਪ ਦਾ ਸਾਇਆ ਸਦਾ ਸਲਾਮਤ ਰੱਖੇ ਤੇ ਸਭ ਦੀ ਔਲਾਦ ਨੂੰ ਮਾਂ ਬਾਪ ਦਾ ਫਰਮਾ ਬਰਦਾਰ ਬਣਾਵੇ। ਅੱਜ ਮੈਂ ਤੁਹਾਡੇ ਲਈ ਬੜੀ ਮਜ਼ੇਦਾਰ ਕਿਸਮ ਦੀ ਯਮੀ ਕਿਸਮ ਦੀ ਜਿਹੜੀ ਆ ਚਿਪਸ ਦੀ ਰੈਸਪੀ ਲੈ ਕੇ ਆਈ ਹਾਂ। ਬੱਚਿਆਂ ਦੀ ਇੰਤਹਾਈ ਫੇਵਰਟ, ਸਰਦੀਆਂ ਨੂੰ ਬੱਚੇ ਬੜੇ ਸ਼ੌਕ ਨਾਲ ਖਾਂਦੇ ਨੇ ਤੇ ਅਕਸਰ ਹੀ ਔਰਤਾਂ ਜਿਹੜੀਆਂ ਚਿਪਸ ਬਣਾਉਂਦੀਆਂ ਤੇ ਨਰਮ ਬਣ ਜਾਂਦੇ, ਉਹ ਕ੍ਰਿਸਪੀ ਨਹੀਂ ਬਣਦੇ ਤੇ ਬਹੁਤ ਹੀ ਆਸਾਨ ਤਰੀਕੇ ਨਾਲ ਬਣਾਓਗੇ। ਇਸ ਤਰੀਕੇ ਨੂੰ ਤੁਸੀਂ ਰੈਸਪੀ ਨੂੰ ਫੋਲੋ ਕਰ ਲੈਣਾ ਤੇ ਇਨਸ਼ਾਅੱਲਾ ਤਾਲਾ ਤੁਹਾਡਾ ਜ਼ਿਆਦਾ ਆਇਲ ਵੀ ਨਹੀਂ ਲੱਗੂਗਾ, ਜ਼ਿਆਦਾ ਆਇਲੀ ਵੀ ਚਿਪਸ ਨਹੀਂ ਹੋਣਗੇ ਤੇ ਬੱਚਿਆਂ ਦੇ ਬੜੇ ਪਸੰਦ ਹੋਣਗੇ, ਕ੍ਰਿਸਪੀ ਕਿਸਮ ਦੇ ਚਿਪਸ ਬਣਨਗੇ। ਇਹਦੇ ਲਈ ਤੁਸੀਂ ਚਿਪਸ ਆਲੂ ਜਿਹੜੇ ਉਹਨਾਂ ਨੂੰ ਅੱਛੇ ਤਰੀਕੇ ਨਾਲ ਧੋ ਤਾ ਕੇ ਜਿਹੜਾ ਵਾ ਸ਼ੇਪ ਵਿੱਚ ਕੱਟ ਲੈਣਾ। ਚਿਪਸ ਦੀ ਸ਼ੇਪ ਵਿੱਚ ਗੋਲ ਵੀ ਕੱਟ ਸਕਦੇ ਆ ਜਾਂ ਫਿਰ ਫਿੰਗਰ ਸ਼ੇਪ ਵਿੱਚ ਉਹਨਾਂ ਨੂੰ ਕੱਟ ਲੈਣਾ। ਤੋਂ ਬਾਅਦ ਤੁਸੀਂ ਇੱਕ ਪਤੀਲੀ ਜਿਹੜੀ ਆ ਉਹਦੇ ਵਿੱਚ ਪਾਣੀ ਪਾ ਲੈਣਾ ਤੇ 2 ਚਮਚ ਮੈਂ ਇਹਦੇ ਵਿੱਚ ਨਮਕ ਦੇ ਪਾਏ ਆ ਤੇ ਅੱਧਾ ਚਮਚ ਜਿਹੜਾ ਹਲਦੀ ਦਾ ਪਾਇਆ ਹੈ। ਕਿਉਂਕਿ ਗਰਮੀਆਂ ਵਿੱਚ ਅਕਸਰ ਹੀ ਜਿਹੜੇ ਸੀਜ਼ਨਲ ਆਲੂ ਜਿਹੜੇ ਹੁੰਦੇ ਉਹ ਤਾਂ ਸਹੀ ਹੁੰਦੇ, ਲੇਕਿਨ ਜਿਸ ਤਰ੍ਹਾਂ ਹੀ ਗਰਮੀਆਂ ਹੁੰਦੀਆਂ ਤੇ ਆਲੂ ਜਿਹੜੇ ਮਿੱਠੇ ਹੋ ਜਾਂਦੇ ਆ ਜਾਂ ਕਲਰ ਵੀ ਉਹਨਾਂ ਦਾ ਪੀਲਾ ਜਿਹਾ ਹੋ ਜਾਂਦਾ ਤੇ ਟੇਸਟ ਉਹਨਾਂ ਦਾ ਚੇਂਜ ਹੋ ਜਾਂਦਾ। ਅਗਰ ਇਸ ਰੈਸਪੀ ਨੂੰ ਫੋਲੋ ਕਰਦੇ ਹੋ ਤੁਸੀਂ ਬਣਾਓਗੇ ਤਾਂ ਇਨਸ਼ਾਅੱਲਾ ਤੁਹਾਡੇ ਚਿਪਸ ਨੇ ਬਹੁਤ ਮਜ਼ੇਦਾਰ ਬਣਨਗੇ। ਜਿਸ ਤਰ੍ਹਾਂ ਹੀ ਪਾਣੀ ਗਰਮ ਹੋਊਗਾ, ਬੋਇਲ ਆਊਗਾ, ਉਹਦੇ ਵਿੱਚ ਤੁਸੀਂ ਜਿਹੜਾ ਨਮਕ ਤੇ ਹਲਦੀ ਵਾਲੇ ਪਾਣੀ ਵਿੱਚ ਜਿਹੜੇ ਆਲੂ ਜਿਹੜੇ ਉਹਨਾਂ ਨੂੰ ਤੁਸੀਂ ਪਾ ਦੇਣਾ ਵਾ। ਆਲੂਆਂ ਨੂੰ ਤੁਸੀਂ 5 ਤੋਂ 7 ਮਿੰਟ ਤੱਕ ਬੋਇਲ ਕਰਨਾ। ਇਹਨਾਂ ਨੂੰ ਤਕਰੀਬਨ ਤੁਸੀਂ ਹਾਫ ਕੁੱਕ ਵੀ ਕਰ ਸਕਦੇ ਤੇ ਹਾਫ ਕੁੱਕ ਤੋਂ ਥੋੜ੍ਹਾ ਜਿਹਾ ਜ਼ਿਆਦਾ ਵੀ ਕਰ ਸਕਦੇ ਹਾਂ। ਮੈਂ ਇਹਨਾਂ ਨੂੰ ਹਾਫ ਕੁੱਕ ਕਰੂੰਗੀ। ਜਦੋਂ ਤੁਹਾਡੇ ਆਲੂ ਨਰਮ ਹੋ ਜਾਣਗੇ ਉਨੀ ਦੇਰ ਤੱਕ ਤੁਸੀਂ 5 ਤੋਂ 10 ਮਿੰਟ ਤੱਕ ਇਹਨਾਂ ਨੂੰ ਹਲਕੀ ਅੱਗ 'ਤੇ ਜਾਂ ਦਰਮਿਆਨੀ ਅੱਗ 'ਤੇ ਤੁਸੀਂ ਇਹਨਾਂ ਨੂੰ ਜਿਹੜਾ ਬੋਇਲ ਕਰ ਲੈਣਾ ਵਾ। ਤੇ ਇਨਸ਼ਾਅੱਲਾ ਤਾਲਾ ਇਸ ਰੈਸਪੀ ਨੂੰ ਫੋਲੋ ਕਰਦੇ ਹੋਏ ਜਿਹੜੇ ਤੁਹਾਡੇ ਚਿਪਸ ਨੇ ਬਹੁਤ ਮਜ਼ੇਦਾਰ ਬਣਨਗੇ। ਤੇ ਇਹਦੇ ਨਾਲ ਇਹਦੇ ਵਿੱਚ ਇੱਕ ਚੀਜ਼ ਐਡ ਕਰਾਂਗੇ ਜਿਹੜੇ ਇਹਦੇ ਟੇਸਟ ਨੂੰ ਦੁਬਾਲਾ ਕਰ ਦੂਗੀ ਤੇ ਤੁਹਾਡੇ ਚਿਪਸ ਜਿਹੜੇ ਬਹੁਤ ਮਜ਼ੇਦਾਰ ਹੋਣਗੇ, ਬੱਚਿਆਂ ਨੇ ਬੜੇ ਸ਼ੌਕ ਨਾਲ ਖਾਣਗੇ। ਨਾਜ਼ਰੀਨ ਦੇ ਨਾਲ ਅੱਜ ਦਾ ਵਜ਼ੀਫਾ ਮੈਂ ਸ਼ੇਅਰ ਕਰਨਾ ਚਾਹੁੰਦੀ। ਅੱਜ ਦਾ ਜਿਹੜਾ ਵਜ਼ੀਫਾ ਹੈ ਸੂਰੇ ਕੌਸਰ ਦਾ ਵਜ਼ੀਫਾ ਹੈ। ਸੂਰੇ ਕੌਸਰ ਦਾ ਅਮਲ ਜਿਹੜਾ ਮੈਂ ਤੁਹਾਡੇ ਨਾਲ ਸ਼ੇਅਰ ਕਰਨੀ ਆ, ਬਹੁਤ ਹੀ ਖਾਸ ਅਮਲ ਹੈ, ਬਹੁਤ ਹੀ ਮੁਜਰਬ ਅਮਲ ਹੈ। ਅਹਾਦੀਸ ਦੀ ਰੋਸ਼ਨੀ ਤੋਂ ਮੁਜਰਬ ਸ਼ੁਦਾ ਇਹ ਅਮਲ ਆ ਜਿਹਨੂੰ ਤੁਸੀਂ ਫੋਲੋ ਕਰਨਾ। ਇਨਸ਼ਾਅੱਲਾ ਤਾਲਾ ਇਸ ਅਮਲ ਦੀ ਬਰਕਤ ਹੋ ਤੁਹਾਡੇ ਘਰ ਵਿੱਚ ਜਿੰਨੀ ਵੀ ਰਿਸਕ ਦੀ ਤੰਗੀ ਆ ਤੇ ਪਰੇਸ਼ਾਨੀਆਂ ਵਾ, ਮੁਸ਼ਕਲਾਤ ਆ, ਐਸੀਆਂ ਮੁਸ਼ਕਲਾਤ ਜਿਹੜੀਆਂ ਜ਼ਿੰਦਗੀ ਵਿੱਚ ਤੁਹਾਨੂੰ ਲੱਗਦਾ ਹੈ ਕਿ ਜਿਹੜੀਆਂ ਪਰੇਸ਼ਾਨੀਆਂ ਕਦੇ ਵੀ ਖ਼ਤਮ ਨਹੀਂ ਹੋ ਸਕਦੀਆਂ, ਇਨਸ਼ਾਅੱਲਾ ਤਾਲਾ ਇਹਦੀ ਬਦੌਲਤ ਤੁਹਾਡੀ ਜ਼ਿੰਦਗੀ ਜਿੰਨੀਆਂ ਵੀ ਮੁਸ਼ਕਲਾਤ ਹੋਣਗੀਆਂ, ਪਰੇਸ਼ਾਨੀਆਂ ਹੋਣਗੀਆਂ, ਖ਼ਤਮ ਹੋ ਜਾਣਗੀਆਂ। ਇਸ ਵਜ਼ੀਫੇ ਨੂੰ ਤੁਸੀਂ ਦੱਸੇ ਗਏ ਤਰੀਕੇ ਦੇ ਮੁਤਾਬਕ, ਦੱਸੇ ਗਏ ਟਾਈਮ ਦੇ ਮੁਤਾਬਕ ਹੀ ਕਰਨਾ। ਇਨਸ਼ਾਅੱਲਾ ਤਾਲਾ ਇਹਦੀ ਬਰਕਤ ਜਿਹੜੀ ਹੈ ਸੂਰੇ ਕੌਸਰ ਦੀ ਬਹੁਤ ਜ਼ਿਆਦਾ ਹੈ। ਤੇ ਆਲੂ ਜਿਹੜੇ ਬੋਇਲ ਹੋ ਚੁੱਕੇ ਆ 5 ਤੋਂ 10 ਮਿੰਟ ਤੱਕ, ਤੁਸੀਂ 10 ਤੋਂ 7 ਮਿੰਟ ਤੱਕ ਜਦੋਂ ਇਹਨੂੰ ਚੈੱਕ ਕਰ ਲੈਣਾ ਹਾਫ ਕੁੱਕ ਹੋ ਜਾਣਗੇ, ਇਹਨਾਂ ਨੂੰ ਕਿਸੇ ਸਟੇਨਰ ਵਿੱਚ ਤੁਸੀਂ ਅੱਛੇ ਤਰੀਕੇ ਨਾਲ ਛਾਣ ਲੈਣਾ। ਤੇ ਉਹ ਤੋਂ ਬਾਅਦ ਆਲੂਆਂ ਨੂੰ ਤੁਸੀਂ ਠੰਡਾ ਹੋਣਾ ਰੱਖ ਦੇਣਾ। ਫੌਰਨ ਗਰਮ ਜਿਹੜੇ ਆਲੂ ਇਹਨਾਂ ਦੇ ਤੁਸੀਂ ਇਹ ਨਹੀਂ ਕਰਨਾ। ਇਹਨਾਂ ਨੂੰ ਜਿਹੜਾ 8 ਤੋਂ 10 ਮਿੰਟ ਤੱਕ ਤੁਸੀਂ ਇਹਨਾਂ ਨੂੰ ਜ਼ਰਾ ਠੰਡਾ ਕਰ ਲੈਣਾ। ਜਦੋਂ ਆਲੂ ਅੱਛੇ ਤਰੀਕੇ ਨਾਲ ਠੰਡੇ ਹੋ ਜਾਣਗੇ, ਆਲੂ ਠੰਡੇ ਹੋ ਚੁੱਕੇ ਸੀ ਤੇ ਇਸ ਤੋਂ ਬਾਅਦ ਤੁਸੀਂ ਇਹਨਾਂ ਨੂੰ ਕਿਸੇ ਖੁੱਲ੍ਹੇ ਬਰਤਨ 'ਚ ਪਰਾਤ ਵਗੈਰਾ 'ਚ ਪਾ ਲੈਣਾ। ਇਹਦੇ ਵਿੱਚ ਨਮਕ ਪਾਉਣਾ ਤੁਸੀਂ ਹਸਬੇ ਜ਼ਰੂਰਤ, ਕਿਉਂਕਿ ਤੁਸੀਂ ਬੋਇਲਿੰਗ ਵਿੱਚ ਵੀ ਇਹਦੇ ਵਿੱਚ ਪਾਇਆ ਸੀ ਨਮਕ। ਇਹ ਤੋਂ ਬਾਅਦ 2 ਚਮਚ ਮੈਂ ਇਹਦੇ ਵਿੱਚ ਨਮਕ ਦੇ ਐਡ ਕਰ ਲਏ। ਅੱਧਾ ਚਮਚ ਜਿਹੜਾ ਸੁਰਖ ਮਿਰਚ ਦਾ ਪਾਉਣਾ, ਆਪਣੀ ਮਰਜ਼ੀ ਹੈ, ਤੁਸੀਂ ਮਿਰਚ ਪਾਉਣੀ ਹੈ ਸੁਰਖ ਪਾ ਲਓ, ਨਹੀਂ ਪਾਉਣੀ ਤੇ ਨਾ ਪਾਓ। ਇਹਦੇ ਵਿੱਚ ਅੱਧਾ ਚਮਚ ਜਿਹੜਾ ਸੁਰਖ ਮਿਰਚ ਦਾ ਐਡ ਕਰਨਾ ਹੈ। ਤੇ ਇਹਦੇ ਨਾਲ ਜਿਹੜਾ ਹੈ ਬੇਸਨ, ਇਹਦੇ ਵਿੱਚ ਇਹਨਾਂ ਨੂੰ ਕ੍ਰਿਸਪੀ ਕਰਨ ਲਈ, ਕਰੰਚੀ ਕਰਨ ਲਈ ਜਿਹੜੇ ਚਿਪਸ ਹੈ ਇਹਨਾਂ ਨੂੰ ਬੇਸਨ ਜਿਹੜਾ ਪਾ ਲੈਣਾ ਹਸਬੇ ਜ਼ਰੂਰਤ। ਮੈਂ 3 ਤੋਂ 4 ਚਮਚ ਜਿਹੜੇ ਚਮਚ ਚਾਵਲਾਂ ਦੇ, ਜਿਸ ਤਰ੍ਹਾਂ ਕਹਿ ਲਓ, ਜਾਂ ਖਾਣੇ ਵਾਲੇ ਚਮਚ, ਉਹ ਤੋਂ 5 ਤੋਂ 6 ਇਹਦੇ ਵਿੱਚ ਪਾਈ ਆ। ਤੇ ਇਹਨਾਂ ਨੂੰ ਕ੍ਰਿਸਪੀ ਅਤੇ ਮਜ਼ੇਦਾਰ ਕਰਨ ਲਈ, ਕਰੰਚੀ ਕਰਨ ਲਈ ਇਹਦੇ ਵਿੱਚ ਤੁਸੀਂ ਕੌਰਨਫਲੋਰ ਜਿਹੜਾ ਉਹ ਪਾਓਗੇ 3 ਚਮਚ, 2 ਤੋਂ 3 ਚਮਚ ਇਹਦੇ ਵਿੱਚ ਤੁਸੀਂ ਕੌਰਨਫਲੋਰ ਪਾ ਲੈਣਾ। ਤੇ ਉਸ ਤੋਂ ਬਾਅਦ ਚਮਚ ਦੀ ਮਦਦ ਨਾਲ ਤੁਸੀਂ ਇਹਨੂੰ ਕਰਨਾ ਹਲਕੇ ਹੱਥਾਂ ਦੇ ਨਾਲ, ਕਿਉਂਕਿ ਆਲੂ ਜਿਹੜੇ ਤੁਹਾਡੇ ਕੁੱਕ ਹੋ ਚੁੱਕੇ ਨੇ। ਇਹਨਾਂ ਨੂੰ ਤੁਸੀਂ ਤੇਜ਼ੀ ਨਾਲ ਨਹੀਂ ਕਰਨਾ, ਹਲਕੇ ਹੱਥਾਂ ਨਾਲ ਜਿਹੜਾ ਮਸਾਲਾ ਚੀਜ਼ਾਂ ਇਹਦੇ ਵਿੱਚ ਪਾਈਆਂ ਇਹਨਾਂ ਨੂੰ ਅੱਛੇ ਤਰੀਕੇ ਨਾਲ ਤੁਸੀਂ ਮਿਕਸ ਅਪ ਕਰ ਲੈਣਾ ਹੈ। ਪਾਣੀ ਤੁਸੀਂ ਇਹਦੇ ਵਿੱਚ ਬਿਲਕੁਲ ਐਡ ਨਹੀਂ ਕਰਨਾ। ਇਹਨਾਂ ਨੂੰ ਅੱਛੇ ਤਰੀਕੇ ਨਾਲ ਤੁਸੀਂ ਇਹਨਾਂ ਨੂੰ ਸਾਰੇ ਜਿਹੜੇ ਮਸਾਲੇ, ਨਮਕ, ਮਿਰਚ, ਕੌਰਨਫਲੋਰ ਅਤੇ ਬੇਸਨ ਉਹਨੂੰ ਅੱਛੇ ਤਰੀਕੇ ਨਾਲ ਜਿਹੜਾ ਪੋਟੈਟੋ 'ਤੇ ਲਗਾ ਲੈਣਾ। ਇਸ ਤੋਂ ਬਾਅਦ ਤੁਸੀਂ ਇਹਨਾਂ ਨੂੰ ਫਰਾਈ ਕਰ ਲੈਣਾ ਵਾ ਦਰਮਿਆਨੀ ਆਂਚ 'ਤੇ, ਥੋੜ੍ਹਾ ਜਿਹਾ ਤੇਜ਼ ਆਂਚ 'ਤੇ ਹੀ ਕਰਨਾ, ਕਿਉਂਕਿ ਆਲੂ ਜਿਹੜੇ ਤੁਹਾਡੇ ਤਕਰੀਬਨ ਕੁੱਕ ਹੋ ਚੁੱਕੇ ਆ
ਤੇ ਬਸ ਇਹਨਾਂ ਨੂੰ ਜਿਸ ਤਰ੍ਹਾਂ ਤੁਸੀਂ ਬਣਾਓਗੇ ਆਲੂ ਤੁਹਾਡੇ ਬਹੁਤ ਹੀ ਮਜ਼ੇਦਾਰ ਚਿਪਸ ਬਣਨੇ, ਬਹੁਤ ਹੀ ਯਮੀ ਕਿਸਮ ਦੇ। ਇਸ ਰੈਸਪੀ ਨੂੰ ਫੋਲੋ ਕਰਦੇ ਹੋਏ ਤੁਸੀਂ ਕਰੋਗੇ, ਦੇਖੋਗੇ ਤੁਹਾਡੇ ਜਿਹੜੇ ਆਲੂ ਜ਼ਿਆਦਾ ਆਇਲੀ ਵੀ ਨਹੀਂ ਹੋਣਗੇ ਤੇ ਬੜੇ ਕਰੰਚੀ ਤੇ ਕ੍ਰਿਸਪੀ ਕਿਸਮ ਦੇ ਚਿਪਸ ਤੁਹਾਡੇ ਤਿਆਰ ਹੋਣਗੇ। ਇਸ ਰੈਸਪੀ ਨੂੰ ਤੁਸੀਂ ਫੋਲੋ ਕਰ ਲਿਆ ਜੇ। ਜੀ ਕਰੀ ਵਜ਼ਾਇਫ ਤੇ ਅਗਰ ਨਵੇਂ ਆ ਤੇ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਦਿਆ ਜੇ। ਤੇ ਅੱਜ ਦਾ ਜਿਹੜਾ ਵਜ਼ੀਫਾ ਹੈ ਸੂਰੇ ਕੌਸਰ ਦਾ ਵਜ਼ੀਫਾ ਹੈ। ਸੂਰੇ ਕੌਸਰ ਦਾ ਅਮਲ ਹੈ ਜਿਹੜਾ ਤੁਸੀਂ ਕਰਨਾ ਹੈ ਨਮਾਜ਼ ਫਜਰ ਤੋਂ ਬਾਅਦ ਇਹ ਅਮਲ ਹੈ ਜਿਹੜਾ ਤੁਸੀਂ ਕਰੋਗੇ। ਇਨਸ਼ਾ ਤਾਲਾ ਜਿੰਨੀ ਵੀ ਰਿਜ਼ਕ ਦੀ ਤੰਗੀ ਹੈ, ਪਰੇਸ਼ਾਨੀਆਂ, ਮੁਸ਼ਕਲਾਤ ਹੈ, ख़त्म ਹੋ ਜਾਣਗੀਆਂ। ਨਮਾਜ਼ ਫਜਰ ਤੋਂ ਬਾਅਦ ਤੁਸੀਂ ਸੂਰੇ ਕੌਸਰ ਪੜ੍ਹਨੀ ਹੈ। ਸੂਰੇ ਕੌਸਰ ਜਿਹੜੀ ਤੁਸੀਂ ਪੜ੍ਹਨੀ ਹੈ ਸੂਰਜ ਨਿਕਲਣ ਤੋਂ ਪਹਿਲੋਂ ਇਹ ਅਮਲ ਕਰਨਾ ਹੈ। ਸੂਰੇ ਕੌਸਰ ਤੁਸੀਂ 41 ਦਫਾ ਪੜ੍ਹ ਲੈਣੀ ਹੈ ਤੇ ਅਵਲੋ ਆਖਰ ਤੁਸੀਂ 11 ਦਫਾ ਦਰੂਦ ਇਬਰਾਹਿਮੀ ਪੜ੍ਹ ਲੈਣਾ। ਤੇ ਇਹਦੇ ਨਾਲ ਜਦੋਂ ਤੁਸੀਂ ਦਰੂਦ ਇਬਰਾਹਿਮੀ ਪੜ੍ਹ ਲਓ ਤੇ ਅੱਲਾਹ ਤਾਲਾ ਦੇ ਕੋਈ ਜੇ 4 ਨਾਮ ਜਿਹੜੇ ਅਵਲੋ ਆਖਰ ਤੁਸੀਂ ਪੜ੍ਹ ਲੈਣੇ ਆ। ਉਸ ਤੋਂ ਬਾਅਦ ਤੁਸੀਂ ਆਪਣੀ ਰਿਜ਼ਕ ਦੀ ਤੰਗੀ ਦੂਰ ਕਰਨ ਲਈ, ਰਿਜ਼ਕ ਵਿੱਚ ਫਰਾਖੀ ਲਈ ਤੇ ਮੁਸ਼ਕਲਾਤ ਲਈ ਜਿਹੜੀ ਵੀ ਤੁਹਾਡੀ ਜਾਇਜ਼ ਹਾਜਤ ਆ ਉਹਦੇ ਲਈ ਤੁਸੀਂ ਦੁਆ ਕਰਨੀ ਹੈ, ਕੋਸ਼ਿਸ਼ ਕਰਨੀ ਹੈ, ਅੱਲਾਹ ਤਾਲਾ ਕੋਲ ਮੰਗਣਾ ਹੈ। ਇਨਸ਼ਾ ਤਾਲਾ ਤੁਹਾਡੀ ਜ਼ਿੰਦਗੀ ਵਿੱਚ ਜਿੰਨੀਆਂ ਵੀ ਮੁਸ਼ਕਲਾਤ ਹੋਣਗੀਆਂ, ਪਰੇਸ਼ਾਨੀਆਂ ਹੋਣਗੀਆਂ, ਅੱਲਾਹ ਪਾਕ ਦੂਰ ਕਰ ਦੇਣਗੇ ਤੇ ਗੈਬ ਵਿੱਚੋਂ ਤੁਹਾਡੇ ਲਈ ਰੋਜ਼ੀ ਰਿਜ਼ਕ ਦਾ ਇੰਤਜ਼ਾਮ ਕਰਨਗੇ। ਤੇ ਬੇਟਾ ਵੀ ਮੇਰਾ ਮਾਸ਼ਾਅੱਲਾ ਉੱਠ ਚੁੱਕਿਆ ਸੀ, ਉਹਨੂੰ ਮੈਂ ਫਰੈਸ਼ ਕਰਕੇ ਤੇ ਉਹ ਵੀ ਮਾਸ਼ਾਅੱਲਾ ਫਰੈਸ਼ ਹੋ ਚੁੱਕਿਆ ਸੀ। ਬੇਟੇ ਨੂੰ ਫਰੈਸ਼ ਕੀਤਾ। ਇਸ ਲਈ ਇਸ ਅਮਲ ਨੂੰ ਤੁਸੀਂ ਲਾਜ਼ਮੀ ਕਰਨਾ, ਬਹੁਤ ਹੀ ਖਾਸ ਅਮਲ ਹੈ। ਸੂਰੇ ਕੌਸਰ ਦਾ ਅਮਲ ਹੈ ਜਿਹੜਾ ਨਮਾਜ਼ ਇਹ ਫਜਰ ਤੋਂ ਬਾਅਦ ਤੁਸੀਂ ਕਰਨਾ ਹੈ। ਸੂਰਜ ਨਿਕਲਣ ਤੋਂ ਪਹਿਲੇ 41 ਦਫਾ ਪੜ੍ਹਨਾ ਹੈ, 11 ਦਫਾ ਅਵਲੋ ਆਖਰ ਦਰੂਦ ਇਬਰਾਹਿਮੀ ਪੜ੍ਹਨਾ। ਇਨਸ਼ਾ ਤਾਲਾ ਰਿਜ਼ਕ ਦੀ ਤੰਗੀ ਦੂਰ ਕਰਨ ਲਈ ਅਮਲ ਕਰਨਾ। ਤੇ ਇਹ ਕਰਦੇ ਹੋਏ ਤੁਸੀਂ ਕਿਚਨ ਵਿੱਚ ਜਾਣਾ ਹੈ। ਇਨਸ਼ਾ ਕਿਚਨ ਤੋਂ ਜਾਣ ਤੋਂ ਪਹਿਲੋਂ ਤੁਸੀਂ ਅਮਲ ਕਰਨਾ ਹੈ। ਇਨਸ਼ਾ ਤਾਲਾ ਜਿਸ ਤਰ੍ਹਾਂ ਜਗ੍ਹਾ 'ਤੇ ਤੁਸੀਂ ਕਦਮ ਰੱਖੋਗੇ ਉੱਥੇ ਤੁਹਾਡੇ ਕਦਮ ਮੁਬਾਰਕ ਹੋਣਗੇ। ਕਦੇ ਵੀ ਰਿਜ਼ਕ ਦੀ ਤੰਗੀ ਦਾ ਸਾਹਮਣਾ ਨਹੀਂ ਹੋਊਗਾ, ਕਦੇ ਵੀ ਤੰਗਦਸਤੀ ਤੇ ਮੁਫਲਸੀ ਤੁਹਾਨੂੰ ਪਰੇਸ਼ਾਨ ਨਹੀਂ ਕਰੂਗੀ। ਅੱਲਾਹ ਦੀ ਜ਼ਾਤ ਤੇ ਭਰੋਸਾ ਤੇ ਯਕੀਨ ਕਰਦੇ ਹੋਏ ਅਮਲ ਕਰਿਆ ਜੇ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਆ ਜੇ। ਜਜ਼ਾਕ ਅੱਲਾਹ।